ਸਾਂਝ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਸਰਾਂ ਦੇ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਲੇਟੈਸਟ ਵੀਡੀਓ ਜਿਹੜੀਆਂ ਉਹ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ। ਸੋ ਇਸ ਚੈਨਲ ਉੱਤੇ ਪੀਐਸ ਟੈਟ ਸੀਟੈਟ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋਗੇ। ਸੋ ਇਸ ਤੋਂ ਪਹਿਲਾਂ ਕਾਫੀ ਸਾਰੇ ਜਿਹੜੇ ਟੌਪਿਕ ਆਪਾਂ ਕੰਪਲੀਟ ਕਰ ਲਏ ਨੇ ਜੋ ਕਿ ਪੀ ਸਟੇਟ ਦੇ ਅਕੋਰਡਿੰਗ ਸੀਗੀਆਂ, ਠੀਕ ਹੈ। ਸੋ ਸਾਰੀਆਂ ਹੀ ਵੀਡੀਓ ਜਿਹੜੀਆਂ ਨੇ ਉਹਨਾਂ ਦੇ ਥੰਬਨੇਲ ਦੇ ਉੱਪਰ ਮੈਂ ਹੈਡਿੰਗਸ ਲਗਾਏ ਹੋਏ ਨੇ ਕਿ ਕਿਹੜੇ ਟੌਪਿਕ ਦੇ ਨਾਲ ਰਿਲੇਟਡ ਕਿਹੜੀ ਵੀਡੀਓਜ਼ ਹੈ। ਇਸ ਤੋਂ ਇਲਾਵਾ ਆਪਾਂ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜਿਹੜੇ ਬਹੁਤ ਇੰਪੋਰਟੈਂਟ ਕੁਐਸਚਨ ਸੀ ਉਹਨਾਂ ਦੀ ਵੀ ਸਾਰੀ ਜਿਹੜੀ ਪਲੇਲਿਸਟ ਉਹ ਬਣਾਈ ਹੋਈ ਹੈਗੀ ਹੈ, ਠੀਕ ਹੈ। ਮੀਨਜ਼ ਕਿ ਉਹ ਇਹਨਾਂ ਹੀ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਸੋ ਅੱਜ ਦਾ ਸਾਡਾ ਨੈਕਸਟ ਟੌਪਿਕ ਹੈ ਫਸਟ ਅੰਪਾਇਰ। ਸੋ ਭਾਰਤ ਦੇ ਵਿੱਚ ਪਹਿਲੇ ਰਾਜ ਜਾਂ ਪਹਿਲੇ ਸਮਰਾਜ ਜਿਹੜੇ ਆ ਉਹ ਕਿਸ ਨੇ ਸਥਾਪਿਤ ਕੀਤੇ, ਉਹਨਾਂ ਦੇ ਪ੍ਰਸਿੱਧ ਸ਼ਾਸਕ ਕਿਹੜੇ ਰਹੇ, ਉਹ ਸਭ ਇਸ ਦੇ ਵਿੱਚ ਆ ਜਾਊਗਾ। ਸੋ ਦੋ ਪਾਰਟਾਂ ਦੇ ਵਿੱਚ ਆਪਾਂ ਇਸ ਨੂੰ ਡਿਵਾਈਡ ਕਰਾਂਗੇ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਨਕਲੂਡ ਨੇਗੀਆਂ। ਓਕੇ ਤਾਂ 65 ਜਿਹੜੇ ਕੁਐਸਚਨ ਰਹਿਣਗੇ ਹਿਸਟਰੀ ਦਾ ਇਹ ਟੌਪਿਕ ਰਹੂਗਾ ਅਤੇ 12 ਨੰਬਰ ਪਾਰਟ ਹੈ। ਇਸ ਤੋਂ ਪਹਿਲਾਂ 11 ਪਾਰਟ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ, ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ WhatsApp ਗਰੁੱਪ ਵਿੱਚ ਜੁਆਇਨ ਹੋਣ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਇਹਨਾਂ ਸਾਰੀਆਂ ਕਲਾਸਾਂ ਦੀਆਂ, ਠੀਕ ਹੈ। ਸੋ ਗਰੁੱਪ ਜਿਹੜਾ ਪੇਡ ਹੈ, ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਤਾਂ 735 ਜਿਹੜੇ ਕੁਐਸਚਨ ਇਸ ਤੋਂ ਪਹਿਲਾਂ ਕੰਪਲੀਟ ਹੋ ਚੁੱਕੇ ਨੇ। ਸੋ ਅੱਜ ਆਪਾਂ 737 ਤੋਂ ਜਿਹੜਾ ਸ਼ੁਰੂ ਕਰਾਂਗੇ। ਸੋ ਆਪਾਂ ਟਾਰਗੇਟ ਰੱਖਿਆ ਹੈ ਪੇਪਰ ਤੱਕ ਦਾ ਜਿਹੜਾ ਉਹ 4500 ਕੁਐਸਚਨ ਦਾ ਹੈ, ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਦਾ। ਸੋ ਉਹਦੇ ਤੱਕ ਆਪਾਂ ਈਜ਼ੀਲੀ ਜਿਹੜਾ ਉਸ ਨੂੰ ਕੰਪਲੀਟ ਕਰ ਲਵਾਂਗੇ, ਠੀਕ ਹੈ। ਸੋ ਇੱਕ ਇਹ ਵੀ ਸੰਭਾਵਨਾ ਹੈ ਕਿ ਜਿਹੜਾ ਪੀਟੈਟ ਹੈ ਉਹ ਸ਼ਾਇਦ ਹੀ ਜਿਹੜਾ ਹੈ ਹੋਵੇ 24 ਨੂੰ, ਕਿਉਂਕਿ ਇਹ ਇੱਕ ਸੰਕੇਤ ਆ ਚੁੱਕਿਆ ਹੈ ਕਿ ਸੀਟੈਟ ਦਾ ਪੇਪਰ ਜਿਹੜਾ ਨਾ ਉਹਦੇ ਨਾਲ ਉਹ ਕ੍ਰੈਸ਼ ਹੋ ਰਿਹਾ ਹੈ। ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜਾ ਪੀਟੈਟ ਆ ਉਸੇ ਨੂੰ ਹੀ ਪੋਸਟਪੋਨ ਉਹ ਕੀਤਾ ਜਾਊਗਾ। ਓਕੇ 100% ਨਹੀਂ ਹੈ ਬਟ ਸੰਭਾਵਨਾ ਹੈ। ਓਕੇ ਚਲੋ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਅੰਪਾਇਰ ਦੀ ਗੱਲ ਕੀਤੀ ਹੈ, ਪਹਿਲੇ ਵੰਸ਼ ਦੀ ਗੱਲ ਕੀਤੀ ਹੈ, ਕਦੋਂ ਕਿਸ ਨੇ ਐਸਟੈਬਲਿਸ਼ ਕੀਤਾ ਹੈ, ਉਹ ਸਾਰੇ MCQ ਇਸ ਦੇ ਵਿੱਚ ਇਨਕਲੂਡ ਨੇਗੇ। ਤਾਂ ਫਸਟ ਕੁਐਸਚਨ ਹੈ ਗੁਪਤ ਵੰਸ਼ ਦੀ ਜਿਹੜੀ ਸਥਾਪਨਾ ਹੈ ਉਹ ਕਦੋਂ ਹੋਈ ਹੈ ਜੀ। ਤਾਂ ਗੁਪਤ ਵੰਸ਼ ਦੀ ਜਿਹੜੀ ਸਥਾਪਨਾ ਹੈ ਉਹ 4ਥੀ ਸਦੀ ਈਸਵੀ ਪੂਰਵ ਦੇ ਵਿੱਚ ਹੋਈ ਸੀਗੀ। ਗੁਪਤ ਵੰਸ਼ ਦੀ 4ਥੀ ਸਦੀ ਈਸਵੀ ਪੂਰਵ ਦੇ ਵਿੱਚ। ਨੈਕਸਟ ਹੈ ਗੁਪਤ ਵੰਸ਼ ਦੇ ਮਹਾਨ ਸ਼ਾਸਕ ਸੀਗੇ ਜੀ ਕਨਿਸ਼ਕ, ਸਮੁੰਦਰਗੁਪਤ ਤੇ ਚੰਦਰਗੁਪਤ। ਇਹ ਇਸ ਦੇ ਤਿੰਨ ਮਹਾਨ ਸ਼ਾਸਕ ਰਹੇ ਹੈਗੇ ਨੇਗੇ ਗੁਪਤ ਵੰਸ਼ ਦੇ। ਨੈਕਸਟ ਹੈ ਭਾਰਤ ਦਾ ਸੁਨਹਿਰੀ ਯੁੱਗ ਕਿਸ ਕਾਲ ਨੂੰ ਕਿਹਾ ਜਾਂਦਾ ਹੈ। ਸੋ ਇਹ ਯੁੱਗ ਸੀਗਾ ਜੀ ਗੁਪਤ ਕਾਲ ਦਾ, ਕਿਉਂਕਿ ਇਸ ਦੌਰਾਨ ਲੋਕ ਇੰਨੇ ਇਮਾਨਦਾਰ ਸੀਗੇ ਕਿ ਘਰਾਂ ਨੂੰ ਜੇਕਰ ਉਹ ਜਿੰਦੇ ਵੀ ਨਹੀਂ ਲਗਾਉਂਦੇ ਸੀ ਤਾਂ ਵੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਨਹੀਂ ਹੁੰਦੀ ਸੀਗੀ। ਇਸ ਤੋਂ ਇਲਾਵਾ ਇਸ ਯੁੱਗ ਦੇ ਵਿੱਚ ਬਹੁਤ ਸਾਰਾ ਸਾਹਿਤ ਤੇ ਬਹੁਤ ਸਾਰੀਆਂ ਜਿਹੜੀਆਂ ਆਰਟ ਨੂੰ ਲੈ ਕੇ ਜਿਹੜੀਆਂ ਕ੍ਰੀਏਟਿਵਿਟੀਆਂ ਨੇ ਉਹ ਪ੍ਰੈਜ਼ੈਂਟ ਕੀਤੀਆਂ ਗਈਆਂ ਨੇ। ਇਸੇ ਕਾਰਨ ਕਰਕੇ ਹੀ ਇਸ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਗੁਪਤ ਕਾਲ ਨੂੰ। ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ PSTET ਦੇ ਵਿੱਚ। ਨੈਕਸਟ ਹੈ ਜੀ ਸੁੰਗ ਰਾਜਵੰਸ਼ ਦੀ ਸਥਾਪਨਾ ਕਦੋਂ ਹੋਈ। ਤਾਂ ਇਸ ਵੰਸ਼ ਦੀ ਜਿਹੜੀ ਸਥਾਪਨਾ ਹੋਈ ਹੈ ਉਹ 184 ਈਸਵੀ ਪੂਰਵ ਦੇ ਵਿੱਚ ਹੋਈ ਹੈ, ਸੁੰਗ ਰਾਜਵੰਸ਼। ਓਕੇ ਨੈਕਸਟ ਹੈ ਜੀ ਸੁੰਗ ਰਾਜਵੰਸ਼ ਨੇ ਮਗਧ ਰਾਜ ਦੇ ਉੱਪਰ ਕਿੰਨੇ ਸਾਲ ਤੱਕ ਸ਼ਾਸਨ ਕੀਤਾ ਸੀ। 184 ਈਸਵੀ ਪੂਰਵ ਦੇ ਵਿੱਚ ਇਸਨੇ ਆਪਣਾ ਸ਼ਾਸਨ ਸਟੈਬਲਿਸ਼ ਕੀਤਾ ਅਤੇ ਟੋਟਲ ਜਿਹੜਾ ਮਗਧ ਰਾਜ ਦੇ ਉੱਪਰ ਇਸਨੇ ਸ਼ਾਸਨ ਕੀਤਾ। ਸੋ ਇਹਦਾ ਸਮਾਂ ਜਿਹੜਾ ਬਣਦਾ ਹੈ ਉਹ 112 ਸਾਲਾਂ ਦਾ ਸਮਾਂ ਬਣਦਾ ਸੀ। 112 ਸਾਲਾਂ ਤੱਕ ਇਹਨਾਂ ਨੇ ਮਗਧ ਰਾਜ ਦੇ ਉੱਪਰ ਜਿਹੜਾ ਸ਼ਾਸਨ ਕੀਤਾ ਸੀਗਾ ਸੁੰਗ ਵੰਸ਼ ਦੇ ਰਾਜਵੰਸ਼ਾਂ ਨੇ। ਨੈਕਸਟ ਹੈ ਸੁੰਗ ਰਾਜਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਿਹੜਾ ਸੀ। ਸੁੰਗ ਰਾਜਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀਗਾ ਜੀ ਪੁਸ਼ਯਮਿੱਤਰ, ਠੀਕ ਹੈ। ਇਹ ਮੋਸਟ ਇੰਪੋਰਟੈਂਟ ਹੈ ਅਤੇ ਇਸੇ ਨੇ ਹੀ ਗੁਪਤ ਸਮਰਾਜ ਦਾ ਜਿਹੜਾ ਕਹਿ ਸਕਦੇ ਹਾਂ ਨਾ ਲਾਸਟ ਜਿਹੜਾ ਸ਼ਾਸਕ ਸੀਗਾ ਉਹਨੂੰ ਮਾਰਿਆ ਸੀਗਾ, ਠੀਕ ਹੈ। ਸੈਨਾਪਤੀ ਸੀਗਾ ਉਸਦਾ, ਉਸ ਨੂੰ ਮਾਰ ਕੇ ਜਿਹੜਾ ਇਸਨੇ ਸੁੰਗ ਵੰਸ਼ ਦੀ ਜਿਹੜੀ ਹੈ ਸਥਾਪਨਾ ਕੀਤੀ ਸੀਗੀ। ਸੁੰਗ ਵੰਸ਼ ਦੀ ਰਾਜ ਭਾਸ਼ਾ ਕਿਹੜੀ ਸੀ ਜੀ। ਤਾਂ ਸੁੰਗ ਵੰਸ਼ ਦੀ ਰਾਜ ਭਾਸ਼ਾ ਸੀਗੀ ਸੰਸਕ੍ਰਿਤ ਅਤੇ ਸੁੰਗ ਵੰਸ਼ ਦੇ ਦੌਰਾਨ ਸੰਸਕ੍ਰਿਤ ਭਾਸ਼ਾ ਦਾ ਹੀ ਵੱਧ ਤੋਂ ਵੱਧ ਜਿਹੜਾ ਵਿਕਾਸ ਕੀਤਾ ਗਿਆ ਸੀ ਕਿਉਂਕਿ ਇਹ ਹਿੰਦੂ ਧਰਮ ਦੇ ਨਾਲ ਰਿਲੇਟਡ ਸੀਗੇ। ਓਕੇ ਸੁੰਗ ਵੰਸ਼ ਵਾਲੇ। ਨੈਕਸਟ ਹੈ ਸੁੰਗ ਵੰਸ਼ ਦੇ ਕਾਲ ਦੌਰਾਨ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਕਿਹੜਾ ਸੀ। ਤਾਂ ਇਸ ਸਮੇਂ ਪਤੰਜਲੀ ਜਿਹੜਾ ਹੈ ਉਹ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਮੰਨਿਆ ਜਾਂਦਾ ਸੀ ਸੁੰਗ ਵੰਸ਼ ਦੇ ਦੌਰਾਨ। ਇਸ ਨੇ ਕਾਫੀ ਸਾਰੀਆਂ ਜਿਹੜੀਆਂ ਰਚਨਾਵਾਂ ਲਿਖੀਆਂ ਸੀ ਜੋ ਆਪਾਂ ਪਹਿਲਾਂ ਡਿਸਕਸ ਕੀਤੀਆਂ ਹੋਈਆਂ ਨੇ। ਓਕੇ ਨੈਕਸਟ ਹੈ ਮਨੂ ਸਮ੍ਰਿਤੀ ਦੀ ਪੁਸਤਕ ਸੰਬੰਧਿਤ ਹੈ ਜੀ। ਸੋ ਇਹ ਸੰਬੰਧਿਤ ਹੈ ਕਾਨੂੰਨ ਦੇ ਨਾਲ ਸੰਬੰਧਿਤ ਹੈ। ਓਕੇ ਮਨੂ ਸਮ੍ਰਿਤੀ ਇੱਕ ਪੁਸਤਕ ਹੈ ਜਿਸ ਨੂੰ ਕਾਨੂੰਨ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਕਾਨੂੰਨ ਬਾਰੇ ਜਿਹੜੇ ਹੈ ਨਾ ਸਿਧਾਂਤ ਹੈ ਉਹ ਪੇਸ਼ ਕੀਤੇ ਗਏ ਨੇ। ਨੈਕਸਟ ਹੈ ਸੁੰਗ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਜੀ। ਤਾਂ ਸੁੰਗ ਵੰਸ਼ ਦਾ ਆਖਰੀ ਸ਼ਾਸਕ ਸੀਗਾ ਦੇਵਭੂਮੀ। ਇਸ ਤੋਂ ਬਾਅਦ ਜਿਹੜਾ ਹੈ ਇਹ ਸੁੰਗ ਵੰਸ਼ ਜਿਹੜਾ ਖਤਮ ਹੋ ਗਿਆ ਸੀਗਾ।
ਨੈਕਸਟ ਹੈ ਜੀ 47 ਨੰਬਰ, ਕਨਵ ਵੰਸ਼ ਦੀ ਨੀਂਹ ਕਦੋਂ ਰੱਖੀ ਗਈ ਸੀ? ਤਾਂ ਕਨਵ ਵੰਸ਼ ਜਿਹੜਾ ਹੈ ਇਸ ਦੀ ਨੀਂਹ ਰੱਖੀ ਗਈ ਸੀਗੀ ਜੀ 72 ਈਸਵੀ ਪੂਰਵ ਦੇ ਵਿੱਚ। ਇਹ ਸੁੰਗ ਵੰਸ਼ ਤੋਂ ਬਾਅਦ ਆਇਆ ਸੀ। ਠੀਕ ਹੈ, ਛੋਟੇ ਛੋਟੇ ਵੰਸ਼ ਜੇ ਸੀਗੇ, ਜ਼ਿਆਦਾਤਰ ਜਿਹੜਾ ਹੈ ਚੰਦਰਗੁਪਤ ਮੌਰੀਆ ਵਾਲਾ ਸਮਰਾਜ ਗੁਪਤ ਕਾਲ ਹੀ ਵੱਡਾ ਰਿਹਾ ਸੀ, ਬਾਕੀ ਤਾਂ ਥੋੜ੍ਹੇ ਥੋੜ੍ਹੇ ਸਮੇਂ ਲਈ ਹੀ ਰਹੇ ਸੀਗੇ। ਤਾਂ ਕਨਵ ਵੰਸ਼ ਜਿਹੜਾ ਹੈ ਇਹਦੀ ਨੀਂਹ ਰੱਖੀ ਗਈ ਸੀ 72 ਈਸਵੀ ਪੂਰਵ ਦੇ ਵਿੱਚ। ਨੈਕਸਟ ਹੈ ਕਨਵ ਵੰਸ਼ ਦੀ ਨੀਂਹ ਕਿਸ ਨੇ ਰੱਖੀ ਸੀਗੀ? ਸੋ ਇਸ ਦੀ ਨੀਂਹ ਜਿਹੜੀ ਸੀ ਉਹ ਵਾਸ਼ੂਦੇਵ ਦੇ ਦੁਆਰਾ ਰੱਖੀ ਗਈ ਸੀ 72 ਈਸਵੀ ਪੂਰਵ ਦੇ ਵਿੱਚ, 72 BC ਦੇ ਵਿੱਚ। ਨੈਕਸਟ ਹੈ ਕਨਵ ਵੰਸ਼ ਦੀ ਨੀਂਹ ਕਿਸ ਰਾਜ ਵਿੱਚ ਰੱਖੀ ਗਈ ਸੀਗੀ? ਰਾਜ ਕਿਹੜਾ ਸੀ ਜਿੱਥੇ ਵਾਸ਼ੂਦੇਵ ਨੇ ਇਸ ਦੀ ਨੀਂਹ ਰੱਖੀ ਸੀ? ਇਹ ਸੀਗਾ ਜੀ ਮਗਧ ਰਾਜ। ਸੋ ਆਪਾਂ ਮਗਧ ਰਾਜ ਨੂੰ ਉਸ ਦੇ ਵਿੱਚ ਵੀ ਪੜ੍ਹਿਆ ਸੀ ਕਿ ਵੱਡੇ ਮਹਾਜਨਪਦਾਂ ਦੇ ਵਿੱਚ ਵੀ ਆਉਂਦਾ ਸੀ। ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਇਸ ਨੂੰ ਸਮਝਿਆ ਸੀ ਨਾ, ਮਹਾਜਨਪਦ ਦੇ ਵਿੱਚ ਉਹਦੇ ਵਿੱਚ ਵੀ ਆਉਂਦਾ ਸੀ। ਇਸ ਕਰਕੇ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਰਾਜਨੀਤਿਕ ਤੌਰ 'ਤੇ ਪ੍ਰਸਿੱਧ ਨਗਰ ਰਿਹਾ ਸੀ। ਤਾਂ ਕਨਵ ਵੰਸ਼ ਜਿਹੜਾ ਹੈ ਉਹਦੀ ਨੀਂਹ 72 ਈਸਵੀ ਪੂਰਵ ਦੇ ਵਿੱਚ ਵਾਸ਼ੂਦੇਵ ਨੇ ਰੱਖੀ ਸੀ ਅਤੇ ਮਗਧ ਰਾਜ ਦੇ ਵਿੱਚ ਰੱਖੀ ਸੀਗੀ। ਨੈਕਸਟ ਹੈ ਕਨਵ ਵੰਸ਼ ਦਾ ਅੰਤ ਕਿਸ ਨੇ ਕੀਤਾ? ਸੋ ਇਸ ਦਾ ਜਿਹੜਾ ਵੰਸ਼ ਦਾ ਅੰਤ ਕੀਤਾ ਸੀ ਉਹ ਸਾਤਵਾਹਨ ਸ਼ਾਸਕਾਂ ਨੇ ਕੀਤਾ ਸੀ, ਅਤੇ ਇਸ ਤੋਂ ਬਾਅਦ ਉਹਨਾਂ ਨੇ ਸਾਤਵਾਹਨ ਵੰਸ਼ ਦੀ ਜਿਹੜੀ ਨੀਂਹ ਰੱਖ ਦਿੱਤੀ ਸੀਗੀ ਕਨਵ ਵੰਸ਼ ਨੂੰ ਖਤਮ ਕਰਕੇ। ਨੈਕਸਟ ਹੈ ਜੀ ਯੂਨਾਨੀਆਂ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ ਦੇ ਉੱਪਰ ਕਿੰਨੇ ਸਾਲ ਰਾਜ ਕੀਤਾ? ਯੂਨਾਨੀਆਂ ਦੇ ਦੁਆਰਾ। ਠੀਕ ਹੈ, ਸੋ ਯੂਨਾਨੀਆਂ ਦੇ ਵਿੱਚ ਇੱਕ ਪ੍ਰਸਿੱਧ ਸੀਗਾ ਸਿਕੰਦਰ। ਇਹਨਾਂ ਦੇ ਜਿਹੜੇ ਕਹਿ ਸਕਦੇ ਉੱਤਰਾਧਿਕਾਰੀ ਜਾਂ ਇਹਨਾਂ ਦੇ ਦੁਆਰਾ ਨਿਯੁਕਤ ਕੀਤੇ ਵਿਅਕਤੀ ਸੀ, ਉਹਨਾਂ ਨੇ ਭਾਰਤ ਦੇ ਉੱਪਰ ਜਿਹੜਾ ਸ਼ਾਸਨ ਕੀਤਾ ਸੀ। ਤਾਂ 200 ਸਾਲਾਂ ਤੱਕ ਯੂਨਾਨੀਆਂ ਨੇ ਭਾਰਤ ਦੇ ਉੱਪਰ ਰਾਜ ਕੀਤਾ ਸੀ। ਕਿਹੜੇ ਖੇਤਰ ਦੇ ਵਿੱਚ? ਉੱਤਰ ਪੱਛਮੀ। ਨੈਕਸਟ ਹੈ ਜੀ ਸਿਆਲਕੋਟ ਨੂੰ ਬੋਧੀ ਸਾਹਿਤ ਦੇ ਵਿੱਚ ਕੀ ਕਿਹਾ ਜਾਂਦਾ ਹੈ? ਸਿਆਲਕੋਟ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਇਹਨੂੰ ਬੋਧੀ ਸਾਹਿਤ ਦੇ ਵਿੱਚ ਕਿਸ ਨਾਮ ਨਾਲ ਪੁਕਾਰਿਆ ਗਿਆ ਹੈ? ਮਿਲਿੰਦ ਪਨੋ ਇਹਦਾ ਨਾਮ ਹੈ ਸਿਆਲਕੋਟ ਦਾ। ਠੀਕ ਹੈ, ਕਿਹੜੇ ਦੇ ਵਿੱਚ? ਬੋਧੀ ਸਾਹਿਤ, ਬੋਧੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਦਾ ਨਾਮ ਮਿਲਿਪੰਦੋ ਰੱਖਿਆ ਗਿਆ ਹੈ। ਨੈਕਸਟ ਹੈ ਜੀ ਮਿਲਿੰਦ ਪਨੋ। ਨੈਕਸਟ ਹੈ ਮਿਨਾਂਡਰ ਦਾ ਕਿਸ ਬੋਧੀ ਫਿਲਾਸਫਰ ਦੇ ਨਾਲ ਸੰਵਾਦ ਹੋਇਆ ਸੀਗਾ? ਮਿਨਾਂਡਰ ਦਾ ਕਿਸ ਬੋਧੀ ਫਿਲਾਸਫਰ ਦੇ ਨਾਲ ਸੰਵਾਦ ਹੋਇਆ ਸੀ ਜੀ? ਤੇ ਇਹਦਾ ਨਾਗਸੈਨ ਜਿਹੜਾ ਕਿ ਬੋਧੀ ਫਿਲਾਸਫਰ ਸੀ ਉਸ ਦੇ ਨਾਲ ਡਿਸਕਸ਼ਨ ਹੋਈ ਸੀਗੀ, ਸੰਵਾਦ ਹੋਇਆ ਸੀਗਾ ਬੁੱਧ ਧਰਮ ਨੂੰ ਲੈ ਕੇ। ਨੈਕਸਟ ਹੈ ਐਂਟੀ ਆਲਕੀਡਸ ਦੀ ਯਾਦ ਦੇ ਵਿੱਚ, ਐਂਟੀ ਆਲਕੀਡਸ ਦੀ ਯਾਦ ਦੇ ਵਿੱਚ ਪ੍ਰਸਿੱਧ ਸਤੰਭ ਬਣਾਇਆ ਗਿਆ ਸੀ। ਸੋ ਕਿਸ ਨੇ ਬਣਾਇਆ? ਸੋ ਇਹ ਸੀਗਾ ਵਾਸੂਦੇਵ। ਵਾਸੂਦੇਵ ਨੇ ਬਣਵਾਇਆ ਸੀਗਾ ਜੀ ਐਂਟੀ ਆਲਕੀਡਸ ਦੀ ਯਾਦ ਦੇ ਵਿੱਚ। ਓਕੇ, ਇਹ ਸਤੰਭ ਸੀਗਾ। ਨੈਕਸਟ ਹੈ ਜੀ ਭਾਰਤੀਆਂ ਨੇ ਸੁੰਦਰ ਸਿੱਕੇ ਬਣਾਉਣ ਦੀ ਕਲਾ ਜਿਹੜੀ ਹੈ ਉਹ ਕਿੰਨੇ ਵਿਅਕਤੀਆਂ ਦੇ ਕੋਲੋਂ ਸਿੱਖੀ ਜਾਂ ਕਿਹੜੀ ਸੱਭਿਅਤਾ ਦੇ ਕੋਲੋਂ ਸਿੱਖੀ ਸੀ ਜੋ ਸਿੱਕੇ ਬਣਾਉਣੇ ਦੀ ਸ਼ੁਰੂਆਤ ਕੀਤੀ ਹੈ? ਤਾਂ ਇਹਨਾਂ ਨੇ ਸਿੱਖਿਆ ਸੀਗਾ ਜੀ ਇਹ ਯੂਨਾਨੀਆਂ ਤੋਂ। ਯੂਨਾਨੀ ਜਿਹੜੇ ਆ ਉਹ ਸਿੱਕੇ ਬਣਾਉਂਦੇ ਹੁੰਦੇ ਸੀਗੇ ਅਤੇ ਉਹਨਾਂ ਤੋਂ ਹੀ ਭਾਰਤ ਨੇ ਸਿੱਖ ਕੇ ਉਹਨਾਂ ਦੀ ਜਿਹੜੇ ਕਹਿੰਦੇ ਕਲਾਕਾਰ ਸੀ ਉਹਨਾਂ ਨੇ ਫਿਰ ਸਿੱਕੇ ਬਣਾਉਣ ਦੀ ਕਲਾ ਆਪਣੇ ਭਾਰਤ ਦੇ ਵਿੱਚ ਡਿਵੈਲਪ ਕਰ ਲਈ ਸੀ। ਪਾਰਥੀ ਕਿਸ ਰਾਜ ਦੇ ਵਿੱਚ ਸੀਗੇ? ਸੋ ਪਾਰਥੀ ਸੀਗੇ ਜਿਹੜੇ ਇਹ ਕਿਸ ਰਾਜ ਦੇ ਵਿੱਚ ਸਥਿਤ ਸੀ? ਇਹ ਈਰਾਨ ਦੇ ਵਿੱਚ ਸੀਗੇ। ਉੱਥੋਂ ਆ ਕੇ ਇਹਨਾਂ ਨੇ ਭਾਰਤ ਦੇ ਉੱਪਰ ਵੀ ਕਾਫੀ ਸਮੇਂ ਤੱਕ ਜਿਹੜਾ ਸ਼ਾਸਨ ਕੀਤਾ ਸੀਗਾ ਪਾਰਥੀਆਂ ਨੇ। ਨੈਕਸਟ ਹੈ ਜੀ ਪਾਰਥੀਅਨ ਦਾ ਪਹਿਲਾ ਸ਼ਾਸਕ ਕਿਹੜਾ ਸੀਗਾ ਜੀ? ਸੋ ਪਾਰਥੀਅਨ ਦਾ ਪਹਿਲਾ ਸ਼ਾਸਕ ਸੀਗਾ ਮਿਥਰਾਡੇਟਸ। ਇਹਨੇ ਵੀ ਭਾਰਤ ਦੇ ਉੱਪਰ ਜਿਹੜਾ ਸ਼ਾਸਨ ਕੀਤਾ ਕਾਫੀ ਸਮੇਂ ਤੱਕ, ਜੋ ਕਿ ਈਰਾਨ ਤੋਂ ਸੀਗੇ। ਨੈਕਸਟ ਹੈ ਜੀ ਮਿਥਰਾਡੇਟਸ ਦੀ ਰਾਜਧਾਨੀ ਕਿਹੜੀ ਸੀ ਜੀ? ਸੋ ਇਸ ਦੀ ਰਾਜਧਾਨੀ ਸੀਗੀ ਤਕਸ਼ਲਾ। ਤਕਸ਼ਲਾ ਜਿਹੜਾ ਹੈ ਪੁਰਾਣੇ ਸਮੇਂ ਦੇ ਵਿੱਚ ਇੱਕ ਪ੍ਰਸਿੱਧ ਐਜੂਕੇਸ਼ਨ ਜਿਹੜਾ ਸਥਾਨ ਰਿਹਾ ਸੀਗਾ, ਯੂਨੀਵਰਸਿਟੀ ਰੂਪ ਦੇ ਵਿੱਚ ਰਿਹਾ ਸੀ, ਜਿੱਥੇ ਬਹੁਤ ਸਾਰੇ ਜਿਹੜੇ ਵਿਦੇਸ਼ੀ ਵੀ ਪੜ੍ਹਨ ਆਉਂਦੇ ਹੁੰਦੇ ਸੀਗੇ ਤਕਸ਼ਲਾ ਦੇ ਵਿੱਚ। ਇੱਕ ਨਾਲੰਦਾ ਯੂਨੀਵਰਸਿਟੀ ਸੀਗੀ, ਉਹ ਵੀ ਇੱਥੇ ਹੀ ਸੀਗੀ। ਨੈਕਸਟ ਹੈ ਸ਼ੱਕ ਕਿੱਥੋਂ ਦੀ ਰਹਿਣ ਵਾਲੀ ਜਾਤੀ ਸੀ ਜੀ? ਸੋ ਸ਼ੱਕ ਜਿਹੜੀ ਜਾਤੀ ਸੀਗੀ ਇਹ ਮੱਧ ਏਸ਼ੀਆ ਦੀ ਰਹਿਣ ਵਾਲੀ ਸੀਗੀ, ਅਤੇ ਇਹਨੇ ਚੀਨ ਦੇ ਵਿੱਚ ਨਾ ਸੀਜੂ ਜਿਹੜੀ ਇੱਕ ਪ੍ਰਜਾਤੀ ਸੀਗੀ ਉਸ ਨੂੰ ਹਰਾ ਕੇ ਭਾਰਤ ਦੇ ਵਿੱਚ ਐਂਟਰੀ ਕੀਤੀ, ਨਾਲੇ ਚੀਨ ਦੇ ਉੱਪਰ ਇਹਨਾਂ ਨੇ ਹਮਲਾ ਕੀਤਾ ਸੀਗਾ। ਓਕੇ, ਸ਼ੱਕ ਕਾਫੀ ਜਿਹੜੀ ਕਹਿ ਸਕਦੇ ਖੁੰਖਾਰ ਜਾਤੀ ਸੀਗੀ ਵੀ, ਅਤੇ ਇਹ ਮੱਧ ਏਸ਼ੀਆ ਦੇ ਵਿੱਚ ਰਹਿੰਦੀ ਹੁੰਦੀ ਸੀਗੀ। ਨੈਕਸਟ ਹੈ ਪਹਿਲੀ ਸਦੀ ਦੇ ਵਿੱਚ ਸ਼ੱਕਾਂ ਦਾ ਪਹਿਲਾ ਰਾਜਾ ਕੌਣ ਸੀਗਾ? ਪਹਿਲੀ ਸਦੀ ਦੇ ਵਿੱਚ ਤਾਂ ਇਹਨਾਂ ਦਾ ਪਹਿਲਾ ਜਿਹੜਾ ਰਾਜਾ ਸੀ ਉਹ ਭੋਜ ਰਾਜਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਯਾਨੀ ਕਿ ਰਾਜਾ ਭੋਜ ਜਿਹੜਾ ਹੈ ਉਹ ਪਹਿਲੀ ਸਦੀ ਦੇ ਵਿੱਚ ਸ਼ੱਕਾਂ ਦਾ ਪਹਿਲਾ ਰਾਜਾ ਸੀ। ਨੈਕਸਟ ਹੈ ਸ਼ੱਕਾਂ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਰਾਜਾ ਕਿਹੜਾ ਸੀ? ਇਹ ਤਾਂ ਪਹਿਲਾ ਹੈ, ਪਹਿਲੀ ਸਦੀ ਦੇ ਵਿੱਚ ਬਣਿਆ ਜਿਹੜਾ। ਤਾਂ ਸਭ ਤੋਂ ਮਹੱਤਵਪੂਰਨ ਜਾਂ ਸ਼ਕਤੀਸ਼ਾਲੀ ਸੀਗਾ ਜੀ ਰੁਦਰਾਮਾਨ। ਇਹ ਸੀਗੇ ਜੀ ਸ਼ੱਕ ਵੰਸ਼ ਦੇ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਰਾਜੇ। ਸੋ ਇਹਦੀਆਂ ਕਾਫੀ ਸਾਰੀਆਂ ਜਿੱਤਾਂ ਜਿਹੜੀਆਂ ਉਹ ਜ਼ਿਕਰਯੋਗ ਨੇ, ਜਿਹੜੇ ਕਿ ਨੇ ਭਾਰਤ ਦੇ ਵਿੱਚ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਵੀ, ਜਿਵੇਂ ਚੀਨ ਦੇ ਵਿੱਚ ਕਾਫੀ ਸਾਰੇ ਕਬੀਲਿਆਂ ਨੂੰ ਹਰਾ ਕੇ ਜਿਹੜਾ ਹੈ ਆਪਣੇ ਅਧੀਨ ਕੀਤੀਆਂ ਸੀ। ਨੈਕਸਟ ਹੈ ਜੀ ਰੁਦਰਮਾਨ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਰਾਜ ਕੀਤਾ? ਸੋ ਇਸ ਨੇ 130 ਤੋਂ ਲੈ ਕੇ 150 ਈਸਵੀ ਤੱਕ ਸ਼ਾਸਨ ਕੀਤਾ ਸੀਗਾ ਰੁਦਰਮਾਨ ਨੇ।
ਰੁਦਰਮਾਨ ਪਹਿਲੇ ਦੀਆਂ ਪ੍ਰਾਪਤੀਆਂ ਦਾ ਸਾਨੂੰ ਕਿਹੜੇ ਅਭਿਲੇਖ ਤੋਂ ਪਤਾ ਲੱਗਦਾ ਹੈ ਜੀ? ਤਾਂ ਇਸ ਦੇ ਅਭਿਲੇਖ ਦਾ ਸਾਨੂੰ ਜੂਨਾਗੜ੍ਹ ਦਾ ਜਿਹੜਾ ਅਭਿਲੇਖ ਹੈ ਉਸ ਤੋਂ ਜਾਣਕਾਰੀ ਮਿਲਦੀ ਹੈ ਕਿ ਰੁਦਰਮਾਨ ਨੇ ਜਿਹੜਾ ਹੈ ਕਾਫੀ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਜਿੱਤਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਸੀ। ਇਸ ਅਭਿਲੇਖ ਤੋਂ ਇਸ ਦੀ ਜਾਣਕਾਰੀ ਮਿਲਦੀ ਹੈ। ਨੈਕਸਟ ਹੈ ਸ਼ਕ ਕਾਲ ਦੇ ਦੌਰਾਨ ਕਿਹੜੀ ਭਾਸ਼ਾ ਦਾ ਵਿਕਾਸ ਹੋਇਆ ਸੀਗਾ? ਤਾਂ ਸ਼ਕਾਂ ਨੇ ਸਭ ਤੋਂ ਵੱਧ ਜਿਹੜੀ ਭਾਸ਼ਾ ਦਾ ਵਿਕਾਸ ਕੀਤਾ ਸੀ ਉਹ ਸੀ ਸੰਸਕ੍ਰਿਤ ਭਾਸ਼ਾ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਸੀ ਅਤੇ ਇਹ ਆਪਣੇ ਸਿਖਰਾਂ ਤੇ ਪਹੁੰਚ ਗਈ ਸੀ ਉਸ ਸਮੇਂ ਦੇ ਵਿੱਚ। ਨੈਕਸਟ ਹੈ ਕੁਸ਼ਾਣ ਨੂੰ ਚੀਨ ਦੇ ਵਿੱਚੋਂ ਕਿਸਨੇ ਕੱਢਿਆ ਸੀ? ਤਾਂ ਕੁਸ਼ਾਣ ਨੂੰ ਚੀਨ ਦੇ ਵਿੱਚੋਂ ਕੱਢਿਆ ਸੀ ਜੀ ਹੂਣਾਂ ਦੇ ਦੁਆਰਾ। ਜੋ ਹੂਣ ਸੀਗੇ, ਹੂਣ ਇੱਕ ਜਾਤੀ ਸੀਗੀ, ਉਹ ਵੀ ਭਾਰਤ ਦੇ ਉੱਪਰ ਜਿਹੜਾ ਕਹਿੰਦੇ ਰਾਜ ਕਰਕੇ ਗਏ ਹੈਗੇ ਨੇ, ਠੀਕ ਹੈ। ਤਾਂ ਉਹਨਾਂ ਨੇ ਚੀਨ ਦੇ ਵਿੱਚੋਂ ਜਿਹੜਾ ਹੈ ਕੁਸ਼ਾਣਾਂ ਨੂੰ ਬਾਹਰ ਕੱਢ ਦਿੱਤਾ ਸੀਗਾ ਹੂਣਾਂ ਨੇ। ਨੈਕਸਟ ਹੈ ਜੀ ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਕਿਹੜਾ ਸੀ? ਤਾਂ ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ ਕਨਿਸ਼ਕ, ਜਿਹਨੇ ਚੌਥੀ ਬੋਧੀ ਮਹਾਸਭਾ ਨੂੰ ਜਿਹੜਾ ਬੁਲਾਇਆ ਸੀਗਾ ਕਸ਼ਮੀਰ ਦੇ ਵਿੱਚ। ਇਹ ਕਨਿਸ਼ਕ ਨਾ ਬਹੁਤ ਬਹੁਤ ਇੰਪੋਰਟੈਂਟ ਹੈ, ਇਹਦੇ ਤਾਂ ਤੁਸੀਂ ਇੱਕ ਅੱਧਾ ਪੁਆਇੰਟ ਪੱਕਾ ਆਊਗਾ ਹੀ ਆਊਗਾ, ਇਸ ਨੂੰ ਪੂਰਾ ਜਿਹੜਾ ਤੁਸੀਂ ਰੱਟ ਲਓ ਕਨਿਸ਼ਕ ਦੇ ਬਾਰੇ। ਨੈਕਸਟ ਹੈ ਜੀ ਕਨਿਸ਼ਕ ਨੇ ਚੀਨ ਦੇ ਕਿਹੜੇ ਇਲਾਕੇ ਦੇ ਵਿੱਚ ਜਿੱਤੇ ਸੀਗੇ? ਤਾਂ ਕਨਿਸ਼ਕ ਨੇ ਚੀਨ ਦੇ ਤਾਸ਼ਕੰਦ ਦਾ, ਖੋਤਾਨ ਤੇ ਝਾਰਖੰਡ ਦੇ ਜਿਹੜੇ ਇਲਾਕੇ ਆ ਉਹ ਜਿੱਤੇ ਸੀਗੇ। ਕਨਿਸ਼ਕ ਵੀ ਕਾਫੀ ਪ੍ਰਸਿੱਧ ਤੇ ਕਾਫੀ ਕਹਿ ਸਕਦੇ ਨਾ ਜ਼ਬਰਦਸਤ ਕਿਹੜਾ ਸਕਦੇ ਨੇ ਕਿ ਸੈਨਿਕ ਮੰਨਿਆ ਜਾਂਦਾ ਸੀ। ਨੈਕਸਟ ਹੈ ਕਨਿਸ਼ਕ ਦੀ ਰਾਜਧਾਨੀ ਸੀਗੀ ਪੁਰਸ਼ਾਪੁਰ, ਜਿਹਨੂੰ ਪਿਸ਼ਾਵਰ ਕਿਹਾ ਜਾਂਦਾ ਹੈ ਵਰਤਮਾਨ ਸਮੇਂ। ਸੋ ਇਹਨਾਂ ਦੀ ਰਾਜਧਾਨੀ ਸੀਗੀ ਕਨਿਸ਼ਕ ਦੀ। ਨੈਕਸਟ ਹੈ ਬੁੱਧ ਧਰਮ ਦੇ ਵਿਦਵਾਨਾਂ ਦੀ ਚੌਥੀ ਸਭਾ ਕਿਸ ਨੇ ਬੁਲਾਈ ਸੀ? ਆਪਾਂ ਹੁਣੇ ਜ਼ਿਕਰ ਕੀਤਾ ਹੈ ਕਨਿਸ਼ਕ ਨੇ ਬੁਲਾਈ ਸੀਗੀ ਅਤੇ ਇਹ ਸ਼ਾਇਦ 251 ਈਸਵੀ ਦੇ ਵਿੱਚ ਸੀ, ਠੀਕ ਹੈ। ਇਹ ਡੇਟ ਵਾਲਾ ਥੋੜ੍ਹਾ ਜਿਹਾ ਕਨਫਿਊਜ਼ਨ ਹੈ, ਮੇਰੇ ਐਗਜ਼ੈਕਟ ਯਾਦ ਨਹੀਂ ਹੈ। ਤਾਂ ਚੌਥੀ ਸੀਗੀ ਕਸ਼ਮੀਰ ਦੇ ਵਿੱਚ ਬੁਲਾਈ ਗਈ ਸੀ, ਇਹ ਬਹੁਤ ਇੰਪੋਰਟੈਂਟ ਹੈ, ਕਸ਼ਮੀਰ ਮੇਰੇ ਯਾਦ ਹੈ। ਓਕੇ ਨੈਕਸਟ ਹੈ ਜੀ ਗੰਧਾਰ ਸ਼ੈਲੀ ਦਾ ਜਨਮ ਕਿਸ ਕਾਲ ਦੇ ਦੌਰਾਨ ਹੋਇਆ? ਤਾਂ ਕੁਸ਼ਾਣ ਕਾਲ ਦੇ ਦੌਰਾਨ ਹੋਇਆ ਸੀਗਾ ਗੰਧਾਰ ਸ਼ੈਲੀ। ਗੰਧਾਰ ਸ਼ੈਲੀ ਕਾਫੀ ਪ੍ਰਸਿੱਧ ਰਹੀ ਹੈ, ਇਹਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਭਾਰਤ ਦੇ ਵਿੱਚ, ਆਰਟ ਜਿਹੜਾ ਦਿਖਾਇਆ ਗਿਆ ਹੈ, ਇਹ ਸਾਰੇ ਦਾ ਸਾਰਾ ਭਾਰਤ ਦੇ ਵਿੱਚ ਜਿਹੜਾ ਆਰਟ ਦੇਖਿਆ ਗਿਆ ਸੀ ਇਹ ਗੰਧਾਰ ਸ਼ੈਲੀ ਦੇ ਵਿੱਚ ਹੀ ਮਿਲਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ। ਓਕੇ ਨੈਕਸਟ ਹੈ ਕੁਸ਼ਾਣਾਂ ਦੇ ਦੌਰਾਨ ਕਿਹੜੀ ਭਾਸ਼ਾ ਦਾ ਵਿਕਾਸ ਹੋਇਆ ਜੀ? ਤਾਂ ਕੁਸ਼ਾਣਾਂ ਦੇ ਦੌਰਾਨ ਸੰਸਕ੍ਰਿਤ ਭਾਸ਼ਾ ਦਾ ਜਿਹੜਾ ਹੈ ਉਹ ਵਿਕਾਸ ਹੋਇਆ ਸੀਗਾ। ਨੈਕਸਟ ਹੈ ਜੀ ਕਨਿਸ਼ਕ ਦੇ ਕਾਲ ਦੇ ਵਿੱਚ ਸ਼ਕ ਸੰਮਤ ਕਦੋਂ ਸ਼ੁਰੂ ਹੋਇਆ ਸੀ? ਕਨਿਸ਼ਕ ਦੇ ਕਾਲ ਦੇ ਵਿੱਚ ਸ਼ਕ ਸੰਮਤ ਜਿਹੜਾ ਹੈ ਉਹ ਕਦੋਂ ਸ਼ੁਰੂ ਹੋਇਆ ਸੀਗਾ? ਤਾਂ ਇਹ ਸਮਾਂ ਸੀਗਾ ਜੀ 78 ਈਸਵੀ ਪੂਰਵ ਦੇ ਵਿੱਚ। ਇਹ ਕਾਫੀ ਇੰਪੋਰਟੈਂਟ ਹੈ, ਠੀਕ ਹੈ, ਇਸ ਨੂੰ ਜ਼ਰੂਰ ਯਾਦ ਰੱਖ ਲਿਓ। ਕਨਿਸ਼ਕ ਦੇ ਕਾਲ ਦੇ ਵਿੱਚ ਸ਼ਕ ਸੰਮਤ ਜਿਹੜੀ ਹੈ ਉਹ ਸ਼ੁਰੂ ਹੋਈ ਸੀ 78 ਈਸਵੀ ਪੂਰਵ ਦੇ ਵਿੱਚ, 78 ਈਸਵੀ ਦੇ ਵਿੱਚ ਸੌਰੀ। ਨੈਕਸਟ ਹੈ ਸਾਤਵਾਹਨ ਵੰਸ਼ ਦੀ ਸਥਾਪਨਾ ਕਦੋਂ ਹੋਈ? ਤਾਂ ਇਸ ਵੰਸ਼ ਦੀ ਸਥਾਪਨਾ 230 ਈਸਵੀ ਪੂਰਵ ਦੇ ਵਿੱਚ ਹੋਈ ਸੀਗੀ ਸਾਤਵਾਹਨ ਦੀ। ਓਕੇ ਨੈਕਸਟ ਹੈ ਜੀ ਸਾਤਵਾਹਨ ਦੀ ਸਥਾਪਨਾ ਕਿਸਨੇ ਕੀਤੀ ਸੀ? ਸੀਮੁਖ ਰਾਜਾ ਸੀਗਾ, ਉਸ ਵਿਅਕਤੀ ਦੇ ਦੁਆਰਾ ਸਾਤਵਾਹਨ ਜਿਹੜਾ ਹੈ ਇਸ ਵੰਸ਼ ਦੀ ਜਿਹੜੀ ਹੈ ਸਥਾਪਨਾ ਕਰਕੇ ਗਿਆ ਸੀ 230 ਈਸਵੀ ਪੂਰਵ ਦੇ ਵਿੱਚ। ਸਾਤਵਾਹਨ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਰਾਜਾ ਕੌਣ ਸੀ ਜੀ? ਸੋ ਇਹ ਰਾਜੇ ਦਾ ਨਾਮ ਸੀ ਜੀ ਗੌਤਮੀ ਪੁੱਤਰ ਸ਼ਾਂਤਕਰਨ। ਇਹ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਸ਼ਕਤੀਸ਼ਾਲੀ ਰਾਜਾ ਮੰਨਿਆ ਗਿਆ ਹੈ ਸਾਤਵਾਹਨ ਵੰਸ਼ ਦਾ। ਨੈਕਸਟ ਹੈ ਸਾਤਵਾਹਨ ਨੇ ਲਗਭਗ ਕਿੰਨੇ ਸਾਲਾਂ ਤੱਕ ਰਾਜ ਕੀਤਾ ਭਾਰਤ ਦੇ ਉੱਪਰ? ਤਾਂ ਤਕਰੀਬਨ 450 ਸਾਲਾਂ ਤੱਕ ਜਿਹੜਾ ਹੈ ਸ਼ਾਸਨ ਕੀਤਾ ਸੀ ਭਾਰਤ ਦੇ ਕਈ ਰਾਜਾਂ ਦੇ ਉੱਪਰ। ਨੈਕਸਟ ਹੈ ਸਾਤਵਾਹਨ ਦਾ ਵਪਾਰ ਕਿਹੜੇ ਦੇਸ਼ ਦੇ ਨਾਲ ਸੀ? ਸੋ ਇਸ ਦਾ ਵਪਾਰ ਜਿਹੜਾ ਹੈ ਉਹ ਰੋਮ ਦੇ ਨਾਲ ਸੀਗਾ ਸਾਤਵਾਹਨ ਦਾ। ਨੈਕਸਟ ਹੈ ਸਾਤਵਾਹਨ ਦੇ ਪ੍ਰਮੁੱਖ ਕਲਾ ਕੇਂਦਰ ਕਿਹੜੇ ਸੀਗੇ? ਇਸ ਦੇ ਦੋ ਪ੍ਰਮੁੱਖ ਕੇਂਦਰ ਮਿਲਦੇ ਨੇ, ਇੱਕ ਅਮਰਾਵਤੀ, ਇੱਕ ਨਾਗਾ ਅਰਜੁਨਕੋੜਾ। ਇਹ ਦੋ ਪ੍ਰਸਿੱਧ ਨਗਰ ਸੀਗੇ ਸਾਤਵਾਹਨ ਦੇ। ਨੈਕਸਟ ਹੈ ਸਾਤਵਾਹਨ ਕਾਲ 'ਚ ਕਿਹੜੀ ਭਾਸ਼ਾ ਦਾ ਵਿਕਾਸ ਹੋਇਆ ਸੀਗਾ? ਤਾਂ ਸਾਤਵਾਹਨ ਕਾਲ ਦੇ ਵਿੱਚ ਵੀ ਪ੍ਰਕਿਰਤ ਭਾਸ਼ਾ ਦਾ ਹੀ ਵਿਕਾਸ ਹੋਇਆ ਹੈ। ਪਹਿਲਾਂ ਦੋ ਦੇ ਵਿੱਚ ਸੰਸਕ੍ਰਿਤ ਸੀ, ਫਿਰ ਇਸ ਤੋਂ ਬਾਅਦ ਸਾਤਵਾਹਨ ਕਾਲ ਦੇ ਵਿੱਚ ਪ੍ਰਕਿਰਤ ਭਾਸ਼ਾ ਜਿਹੜੀ ਹੈ ਉਹ ਹੋਂਦ ਦੇ ਵਿੱਚ ਆ ਗਈ ਸੀ। ਇਹਦਾ ਵਿਕਾਸ ਬਹੁਤਾ ਜ਼ਿਆਦਾ ਹੋਇਆ ਹੈ ਇਸ ਦੇ ਦੌਰਾਨ। ਗੁਪਤ ਵੰਸ਼ ਦੀ ਸਥਾਪਨਾ ਕਦੋਂ ਹੋਈ? ਤਾਂ 240 ਈਸਵੀ ਦੇ ਵਿੱਚ ਜਿਹੜੀ ਹੈ ਗੁਪਤ ਵੰਸ਼ ਦੀ ਸਥਾਪਨਾ ਰੱਖੀ ਗਈ ਸੀਗੀ ਜਾਂ ਹੋਈ ਸੀਗੀ ਸੌਰੀ। ਓਕੇ ਗੁਪਤ ਵੰਸ਼ ਦੀ ਨੀਂਹ ਕਿਸਨੇ ਰੱਖੀ ਸੀ? ਤਾਂ ਸ਼੍ਰੀ ਗੁਪਤ ਦੇ ਦੁਆਰਾ ਗੁਪਤ ਵੰਸ਼ ਦੀ ਨੀਂਹ ਰੱਖੀ ਗਈ ਸੀ 240 ਈਸਵੀ ਦੇ ਵਿੱਚ। ਨੈਕਸਟ ਹੈ ਜੀ ਗੁਪਤ ਵੰਸ਼ ਦਾ ਅਸਲ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਗੁਪਤ ਵੰਸ਼ ਦਾ ਅਸਲ ਮੋਢੀ ਜਿਹੜਾ ਹੈ ਉਹ ਚੰਦਰਗੁਪਤ ਪਹਿਲਾ ਸੀ, ਜਿਸ ਨੇ ਗੁਪਤ ਵੰਸ਼ ਦੀ ਸਥਾਪਨਾ ਕੀਤੀ ਸੀ, ਬਹੁਤ ਪ੍ਰਸਿੱਧੀ ਜਿਹੜੀ ਹਾਸਲ ਕੀਤੀ ਸੀ। ਨੈਕਸਟ ਹੈ ਚੰਦਰਗੁਪਤ ਪਹਿਲਾ ਕਦੋਂ ਮਗਧ ਦੀ ਗੱਦੀ ਦੇ ਉੱਪਰ ਬੈਠਾ ਸੀ? ਤਾਂ ਇਹ 320 ਈਸਵੀ ਦੇ ਵਿੱਚ ਰਾਜ ਗੱਦੀ ਦੇ ਉੱਪਰ ਬੈਠਾ ਸੀ ਜੀ ਮਗਧ ਦੀ ਗੱਦੀ ਦੇ ਉੱਪਰ। ਓਕੇ ਨੈਕਸਟ ਹੈ ਜੀ ਗੁਪਤ ਵੰਸ਼ ਦਾ ਅੰਤ ਕਦੋਂ ਹੋ ਗਿਆ ਸੀ? ਤਾਂ 6ਵੀਂ ਸਦੀ ਈਸਵੀ ਦੇ ਵਿੱਚ ਜਿਹੜਾ ਹੈ ਗੁਪਤ ਵੰਸ਼ ਦੀ ਅੰਤ ਹੋ ਗਿਆ ਸੀ। 4ਥੀ ਸਦੀ ਈਸਵੀ ਦੇ ਵਿੱਚ ਜਿਹੜਾ ਹੈ ਇਸ ਦੀ ਸਥਾਪਨਾ ਹੋਈ ਸੀ। ਨੈਕਸਟ ਹੈ ਸ਼੍ਰੀ ਗੁਪਤ ਨੇ ਕਦੋਂ ਤੱਕ ਸ਼ਾਸਨ ਕੀਤਾ?
ਤਾਂ ਸ਼੍ਰੀ ਗੁਪਤ ਦੇ ਦੁਆਰਾ 240 ਤੋਂ ਲੈ ਕੇ 280 ਤੱਕ ਜਿਹੜਾ ਹੈ ਸ਼ਾਸਨ ਕੀਤਾ ਗਿਆ ਸੀ, ਯਾਨੀ ਕਿ 40 ਸਾਲਾਂ ਤੱਕ ਸ਼ਾਸਨ ਕੀਤਾ ਸੀ ਸ਼੍ਰੀ ਗੁਪਤ ਨੇ। ਸ਼੍ਰੀ ਗੁਪਤ ਹੈ ਤੇ ਓਕੇ। ਨੈਕਸਟ ਹੈ ਜੀ, ਸ਼੍ਰੀ ਗੁਪਤ ਤੋਂ ਬਾਅਦ ਗੁਪਤ ਵੰਸ਼ ਦਾ ਸ਼ਾਸਕ ਕੌਣ ਬਣਿਆ ਜੀ? ਤਾਂ ਘਟੋਤਕਚ। ਘਟੋਤਕਚ ਜਿਹੜਾ ਹੈ ਉਹ ਅਗਲਾ ਉੱਤਰਾਧਿਕਾਰੀ ਬਣਿਆ ਸੀਗਾ ਸ਼੍ਰੀ ਗੁਪਤ ਤੋਂ ਬਾਅਦ। ਨੈਕਸਟ ਹੈ ਜੀ, ਘਟੋਤਕਚ ਨੇ ਕਦੋਂ ਤੱਕ ਸ਼ਾਸਨ ਕੀਤਾ ਜੀ? ਸੋ ਇਸ ਨੇ 280 ਤੋਂ ਲੈ ਕੇ 319 ਤੱਕ ਸ਼ਾਸਨ ਕੀਤਾ ਸੀਗਾ। ਸੋ ਇਹਨੇ ਵੀ ਮੋਸਟਲੀ 40 ਸਾਲਾਂ ਤੱਕ ਜਾਂ 39 ਸਾਲਾਂ ਤੱਕ ਹੀ ਸ਼ਾਸਨ ਕੀਤਾ ਸੀ। ਨੈਕਸਟ ਹੈ, ਚੰਦਰਗੁਪਤ ਪਹਿਲਾ ਕਿਸ ਦਾ ਪੁੱਤਰ ਸੀ ਜੀ? ਸੋ ਇਹ ਘਟੋਤਕਚ ਦਾ ਜਿਹੜਾ ਪੁੱਤਰ ਸੀਗਾ। ਓਕੇ। ਨੈਕਸਟ ਹੈ ਜੀ, ਗੁਪਤ ਕਾਲ ਦੇ ਕਿਹੜੇ ਸ਼ਾਸਕ ਤੋਂ ਬਾਅਦ ਸਾਰੇ ਸ਼ਾਸਕ ਅਯੋਗ ਨਿਕਲੇ ਜੀ? ਸੋ ਸਕੰਦਗੁਪਤ ਸੀਗਾ। ਇਸ ਤੋਂ ਬਾਅਦ ਜਿੰਨੇ ਵੀ ਗੁਪਤ ਸ਼ਾਸਕ ਹੋਏ ਨੇ ਉਹ ਸਾਰੇ ਦੇ ਸਾਰੇ ਅਯੋਗ ਨਿਕਲੇ, ਜਿਹਦੇ ਕਰਕੇ ਇਹ ਵੰਸ਼ ਜਿਹੜਾ ਹੈ ਆਪਣੇ ਪਤਨ ਦੇ ਵੱਲ ਵਧਣਾ ਸ਼ੁਰੂ ਹੋ ਗਿਆ। ਨੈਕਸਟ ਹੈ ਜੀ, ਚੰਦਰਗੁਪਤ ਪਹਿਲਾ ਕਦੋਂ ਤੋਂ ਕਦੋਂ ਤੱਕ ਗੱਦੀ ਤੇ ਬਿਰਾਜਮਾਨ ਹੋਇਆ ਜੀ? ਸਹੀ 335 ਤੱਕ ਜਿਹੜਾ ਹੈ ਗੱਦੀ ਦੇ ਉੱਪਰ ਬਿਰਾਜਮਾਨ ਰਿਹਾ ਸੀਗਾ। ਓਕੇ, 335 ਈਸਵੀ ਤੱਕ। ਨੈਕਸਟ ਹੈ, ਕਿਹੜਾ ਪਹਿਲਾ ਗੁਪਤ ਸ਼ਾਸਕ ਸੀ ਜਿਸ ਨੇ ਮਹਾਧਰਾਜ ਦੀ ਉਪਾਧੀ ਧਾਰਨ ਕੀਤੀ? ਆਹ ਕੁਐਸਚਨ ਵੀ ਮੋਸਟ ਇੰਪੋਰਟੈਂਟ ਹੈ। ਓਕੇ, ਮਹਾਧਰਾਜ ਦੀ ਉਪਾਧੀ ਧਾਰਨ ਕੀਤੀ, ਇਹ ਸੀਗਾ ਜੀ ਚੰਦਰਗੁਪਤ ਪਹਿਲਾ, ਜਿਨੇ ਮਹਾਧਰਾਜ ਦੀ ਉਪਾਧੀ ਨੂੰ ਧਾਰਨ ਕੀਤਾ ਸੀਗਾ, ਮਹਾਨ ਮਹਾਰਾਜਾ। ਨੈਕਸਟ ਹੈ ਜੀ, ਗੁਪਤ ਸੰਮਤ। ਗੁਪਤ ਸੰਮਤ ਜਿਹੜਾ ਹੈ ਉਹ ਕਿਸ ਨੇ ਚਲਾਇਆ ਸੀ ਜੀ? ਸੋ ਗੁਪਤ ਸੰਮਤ ਜਿਹੜਾ ਹੈ ਉਹ ਚੰਦਰਗੁਪਤ ਪਹਿਲੇ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ, ਗੁਪਤ ਸੰਮਤ। ਨੈਕਸਟ ਹੈ, ਚੰਦਰਗੁਪਤ ਪਹਿਲਾ ਦੇ ਵਿਆਹ ਕਿਸ ਨਾਲ ਹੋਇਆ ਸੀਗਾ ਜੀ? ਚੰਦਰਗੁਪਤ ਪਹਿਲਾ ਦਾ ਵਿਆਹ ਜਿਹੜਾ ਹੈ ਉਹ ਕਿਸ ਨਾਲ ਹੋਇਆ ਸੀ? ਕੁਮਾਰ ਦੇਵੀ ਸੀ ਜੀ। ਸੋ ਇਸ ਦੇ ਨਾਲ ਹੋਇਆ ਸੀਗਾ। ਓਕੇ, ਇਹ ਗੁਪਤ ਵੰਸ਼ ਸੰਮਤ ਵਾਲਾ ਜ਼ਰੂਰ ਯਾਦ ਰੱਖ ਲੈਣਾ, ਇਹ ਚੰਦਰਗੁਪਤ ਪਹਿਲੇ ਦੇ ਦੁਆਰਾ ਚਲਾਈ ਗਈ ਸੀਗੀ। ਜਿਹੜੀਆਂ ਸੰਮਤ ਅਸੀਂ ਜ਼ਿਕਰ ਕਰਦੇ ਨਾ, ਸੋ ਇਹ ਉਹਨਾਂ ਦੇ ਦੁਆਰਾ ਚਲਾਈਆਂ ਹੋਈਆਂ ਸੰਮਤ ਵਰਗੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਚੱਲ ਰਹੀਆਂ ਨੇ। ਨੈਕਸਟ ਹੈ ਜੀ, ਸਮੁੰਦਰਗੁਪਤ ਨੇ ਕਦੋਂ ਤੱਕ ਸ਼ਾਸਨ ਕੀਤਾ ਜੀ? ਤਾਂ ਸਮੁੰਦਰਗੁਪਤ ਨੇ 335 ਤੋਂ ਲੈ ਕੇ 375 ਤੱਕ ਜਿਹੜਾ ਹੈ ਸ਼ਾਸਨ ਕੀਤਾ ਸੀਗਾ। ਨੈਕਸਟ ਹੈ, ਸਮੁੰਦਰਗੁਪਤ ਦੀਆਂ ਜਿੱਤਾਂ ਦਾ ਸਾਨੂੰ ਕਿੱਥੋਂ ਪਤਾ ਲੱਗਦਾ ਹੈ? ਇਹਦੀਆਂ ਜਿੱਤਾਂ ਦਾ ਸਾਨੂੰ ਇਲਾਹਾਬਾਦ ਦੇ ਵਿੱਚ ਇੱਕ ਸਤੰਭ ਲੇਖ ਮਿਲਿਆ ਸੀ, ਉਹਦੇ ਉੱਪਰ ਸਾਰੀਆਂ ਜਿੱਤਾਂ ਦਾ ਵਰਣਨ ਕੀਤਾ ਗਿਆ ਹੈ ਲਗਭਗ ਸਮੁੰਦਰਗੁਪਤ ਦੀਆਂ। ਨੈਕਸਟ ਹੈ, ਇਲਾਹਾਬਾਦ ਦੇ ਸਤੰਭ ਲੇਖ ਦੀ ਕਿਹੜੀ ਸਤਰ ਤੋਂ ਪਤਾ ਲੱਗਦਾ ਹੈ ਕਿ ਸਮੁੰਦਰਗੁਪਤ ਦੀ ਆਰੀਆਵਰਤ ਦੇ 3 ਰਾਜਾ ਨੂੰ ਹਰਾਇਆ ਸੀਗਾ? ਇਲਾਹਾਬਾਦ ਦੇ ਤਾਂ 13ਵੀਂ ਜਿਹੜੀ ਕਹਿ ਸਕਦੇ ਸਤਰ ਹੈ, ਇਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਮੁੰਦਰਗੁਪਤ ਨੇ ਆਰੀਆਵਰਤ ਦੇ 3 ਰਾਜਾ ਨੂੰ ਹਰਾਇਆ ਸੀ। ਆਰੀਆਵਰਤ ਜਿਹੜਾ ਨਾ ਭਾਰਤ ਨੂੰ ਕਿਹਾ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ, ਸੋ ਉਸ ਸਮੇਂ ਨੂੰ ਜਿਹੜਾ ਇਹਨਾਂ ਨੇ ਮੰਨਿਆ ਹੈਗਾ। ਤਾਂ 13ਵੀਂ ਲਾਈਨ ਦੇ ਵਿੱਚ 13ਵੀਂ ਸਤਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਜੀ 96 ਨੰਬਰ, ਕੋਸਾਬੀ ਵਿਖੇ ਸਮੁੰਦਰਗੁਪਤ ਨੇ ਕਿੰਨੇ ਰਾਜਿਆਂ ਦੇ ਗੁੱਟ ਨੂੰ ਹਰਾਇਆ ਸੀ ਜੀ? ਤਾਂ ਕੋਸਾਬੀ ਵਿਖੇ 9 ਰਾਜਿਆਂ ਦੇ ਗਰੁੱਪ ਨੂੰ ਸਮੁੰਦਰਗੁਪਤ ਦੇ ਦੁਆਰਾ ਹਰਾਇਆ ਗਿਆ ਸੀਗਾ। ਦੱਖਣੀ ਭਾਰਤ ਦੇ ਵਿੱਚ ਸਮੁੰਦਰਗੁਪਤ ਨੇ ਸਭ ਤੋਂ ਪਹਿਲਾਂ ਕਿਸ ਨੂੰ ਹਰਾਇਆ ਸੀਗਾ? ਸੋ ਵੈਸੇ ਦੱਖਣ ਭਾਰਤ ਦੇ ਵਿੱਚ ਕੋਈ ਗਿਆ ਨਹੀਂ ਸੀ, ਇਹਨੇ ਹੈ ਨਾ ਸਭ ਤੋਂ ਪਹਿਲਾਂ ਜਿਹੜਾ ਵਿਜ਼ਿਟ ਕੀਤਾ ਸੀ ਦੱਖਣੀ ਭਾਰਤ ਦੇ ਵਿੱਚ, ਤਾਂ ਇਸਨੇ ਕੌਸ਼ਲ ਦਾ ਜਿਹੜਾ ਰਾਜਾ ਸੀ ਮਹਿੰਦਰ, ਉਸ ਨੂੰ ਹਰਾ ਕੇ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਸੀ ਦੱਖਣੀ ਭਾਰਤ ਦੇ ਵਿੱਚ। ਨੈਕਸਟ ਹੈ, ਦੱਖਣ ਦੇ ਵਿੱਚ ਸਮੁੰਦਰਗੁਪਤ ਨੇ ਕਿੰਨੇ ਰਾਜਿਆਂ ਨੂੰ ਹਰਾਇਆ ਸੀਗਾ? ਤਾਂ ਦੱਖਣ ਦੇ ਵਿੱਚ ਟੋਟਲ 12 ਰਾਜਿਆਂ ਨੂੰ ਜਿਹੜਾ ਹੈ ਉਹ ਸਮੁੰਦਰਗੁਪਤ ਦੇ ਦੁਆਰਾ ਹਰਾਇਆ ਗਿਆ ਸੀਗਾ। ਓਕੇ, ਕੋਸਾਬੀ ਦੇ ਵਿੱਚ 9 ਰਾਜਿਆਂ ਨੂੰ ਹਰਾਇਆ ਸੀਗਾ, ਦੱਖਣ ਦੇ ਵਿੱਚ 12 ਰਾਜਿਆਂ ਨੂੰ। ਨੈਕਸਟ ਹੈ, ਪੰਜਾਬ ਅਤੇ ਰਾਜਸਥਾਨ ਦੀਆਂ ਕਿੰਨੀਆਂ ਗਣਤੰਤਰ ਜਾਤੀਆਂ ਨੇ ਸਮੁੰਦਰਗੁਪਤ ਦੀ ਅਧੀਨਤਾ ਨੂੰ ਸਵੀਕਾਰ ਕਰ ਲਿਆ ਸੀ? ਤਾਂ 13 ਜਿਹੜੀਆਂ ਜਾਤੀਆਂ ਸੀਗੀਆਂ ਜਿਨ੍ਹਾਂ ਨੇ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਸੀਗੀਆਂ, ਜਿਹੜੀਆਂ ਨੇ ਸਮੁੰਦਰਗੁਪਤ ਦੀ ਅਧੀਨਤਾ ਨੂੰ ਸਵੀਕਾਰ ਕਰ ਲਿਆ ਸੀਗਾ। ਨੈਕਸਟ ਹੈ, ਸਮੁੰਦਰਗੁਪਤ ਨੇ ਕਿਸ ਉਦੇਸ਼ ਦੇ ਲਈ ਅਸ਼ਵਮੇਧ ਯੱਗ ਕੀਤਾ ਸੀ? ਤਾਂ ਇਹ ਜਿਹੜਾ ਚੱਕਰਵਰਤੀ ਸਮਰਾਟ ਬਣਨ ਦੇ ਲਈ, ਆਪਣੇ ਆਪ ਨੂੰ ਮਹਾਨ ਦੱਸਣ ਦੇ ਲਈ ਜਿਹੜਾ ਹੈ ਨਾ ਕੀਤਾ ਸੀ। ਤਾਂ ਅਸ਼ਵਮੇਧ ਯੱਗ ਜਿਹੜਾ ਹੈ ਇਹਦੇ ਵਿੱਚ ਬਲੀ ਦਿੱਤੀ ਜਾਂਦੀ ਸੀਗੀ ਘੋੜੇ ਦੀ, ਇਹ ਜ਼ਰੂਰ ਯਾਦ ਰੱਖਣਾ। ਓਕੇ, ਘੋੜੇ ਦੀ ਬਲੀ ਦਿੱਤੀ ਜਾਂਦੀ ਸੀ। ਸੋ ਘੋੜਾ ਜਿਹੜਾ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ, ਉਸ ਤੋਂ ਬਾਅਦ ਜਿਹੜਾ ਵੀ ਰਾਜਾ ਉਸ ਨੂੰ ਪਕੜ ਲੈਂਦਾ ਸੀ ਤਾਂ ਉਸ ਨੂੰ ਉਸ ਰਾਜੇ ਦੇ ਨਾਲ ਯੁੱਧ ਕਰਨਾ ਪੈਂਦਾ ਸੀ ਜਿਹਨੇ ਉਹ ਛੱਡਿਆ ਹੁੰਦਾ ਸੀ। ਜਿਹੜਾ ਉਹਨਾਂ 'ਚੋਂ ਹਾਰ ਜਾਂਦਾ ਸੀ ਉਹ ਖਤਮ ਸੀਗਾ, ਬਟ ਜਿਹੜਾ ਜਿੱਤ ਜਾਂਦਾ ਸੀ ਫਿਰ ਉਹਨੂੰ ਰਾਜਾ ਬਣਾਇਆ ਜਾਂਦਾ ਸੀਗਾ। ਓਕੇ, ਯਾਨੀ ਕਿ ਪੂਰੀ ਪਰੰਪਰਾ ਦੇ ਨਾਲ। ਤਾਂ ਇਹ ਚੱਕਰਵਰਤੀ ਸਮਰਾਟ ਬਣਨ ਦੇ ਲਈ ਇਹਨਾਂ ਨੇ ਅਸ਼ਵਮੇਧ ਜਿਹੜਾ ਯੱਗ ਹੈ ਉਹ ਕੀਤਾ ਸੀਗਾ। ਠੀਕ ਹੈ ਜੀ। ਸੋ ਇਹ ਸੀ ਅੱਜ ਦੇ ਸਾਡੇ MCQ ਜੋ ਕਿ ਫਸਟ ਅੰਪਾਇਰ ਦੇ ਬਾਰੇ ਹੈ। ਸੋ ਇੱਕ ਪਾਰਟ ਹੋਰ ਬਣੇਗਾ ਕਿਉਂਕਿ ਹਲੇ ਹੋਰ ਵੀ ਇਸ 'ਤੇ 50-60 ਕੁਐਸਚਨ ਪਏ ਨੇ, ਤਾਂ ਆਪਾਂ ਉਹ ਵੀ ਡਿਸਕਸ ਕਰਾਂਗੇ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।